ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਤੀਜਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੇ, ਸੱਚ ਕਸਵੱਟੀ ਲਾਵਣਿਆ, ਹੋਂ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਨਿਆ, ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਨਿਆ, ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ। ਕਾਇਆ ਨਹੀਂ ਕਹਿਣਾ ਜੀ, ਕਾਇਆ। ਇਸ ਸਰੀਰ ਦੀ ਗੱਲ ਹੋ ਰਹੀ ਹੈ। ਦੇਖੋ ਕਿੰਨੀ ਸੋਹਣੀ ਗੱਲ ਹੈ। ਦੁਬਾਰਾ ਪੜ੍ਹਦੇ ਹਾਂ ਆਪਾਂ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਨਿਆ, ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰ ਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਨਿਆ, ਵੇ ਪਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖ ਅਵਗਨ ਕਾਟਨ ਹਾਰਾ, ਪ੍ਰੇਮ ਪ੍ਰੀਤ ਸਦਾ ਤੇ ਆਈਐ, ਪੈ ਪਾਏ ਭਗਤ ਦ੍ਰਿੜਾਵਨਿਆ, ਤੇਰੀ ਭਗਤ ਸੱਚੀ ਜੇ ਸੱਚੇ ਪਾਵੈ, ਤੇਰੀ ਭਗਤ ਸੱਚੀ ਜੇ ਸੱਚੇ ਪਾਵੈ, ਆਪੇ ਦੇ ਨ ਪਛੋਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀਵਾਵਨਿਆ, ਹਰ ਤੁਧ ਬਾਝੋਂ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਧ ਸਾਲਾਹੀ, आपे मेल लहै प्रभ साचे, आपे मेल लहै प्रभ साचे,
ਪੂਰੇ ਕਰਮ ਤੂੰ ਪਾਵਨਿਆ ਪੂਰੇ ਕਰਮ ਤੂੰ ਪਾਵਨਿਆ ਮੈਂ ਹੋਰ ਨ ਕੋਈ ਤੁਧੈ ਜਿਹਾ ਮੈਂ ਹੋਰ ਨ ਕੋਈ ਤੁਧੈ ਜਿਹਾ ਤੇਰੀ ਨਦਰੀ ਸੀਜਸ ਦੇਹਾ ਤੇਰੀ ਨਦਰੀ ਸੀਜਸ ਦੇਹਾ ਅੰਦਿਨ ਸਾਰ ਸਮਾਲ ਹਰ ਰਾਖੇ ਅੰਦਿਨ ਸਾਰ ਸਮਾਲ ਹਰਿ ਰਾਖੇ ਗੁਰਮੁਖ ਸਹਿਜ ਸਮਾਵਨਿਆ ਗੁਰਮੁਖ ਸਹਿਜ ਸਮਾਵਨਿਆ ਤੁਧ ਜੀਵੜ ਮੈਂ ਹੋਰ ਨ ਕੋਈ ਤੁਧ ਜੀਵੜ ਮੈਂ ਹੋਰ ਨ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜ ਭੰਨ ਸਵਾਰੇ ਤੂੰ ਆਪੇ ਹੀ ਕੜ ਪੰਨ ਸਵਾਰੇ ਨਾਨਕ ਨਾਮ ਸੁਹਾਵਨਿਆ ਨਾਨਕ ਨਾਮ ਸੁਹਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰ ਇੱਕ ਸ਼ਬਦ ਬਸ ਸੰਪੂਰਨ ਹੀ ਕਰ ਰਿਹਾ, ਹਰ ਗੱਲ ਨੂੰ, ਹਰ ਇੱਕ ਚੀਜ਼ ਨੂੰ ਪੂਰਨ ਹੀ ਕਰ ਰਿਹਾ। ਹਰ ਇੱਕ ਸ਼ਬਦ ਨੂੰ ਧਿਆਨ ਨਾਲ ਪੜ੍ਹਦੇ ਹਾਂ, ਦੇਖਦੇ ਹਾਂ ਤਾਂ ਐਂ ਲੱਗਦਾ ਬਸ ਵੀ ਜੇ ਇਹੀ ਸ਼ਬਦ ਕਮਾ ਲਈਏ ਤਾਂ ਜ਼ਿੰਦਗੀ ਸਵਰ ਜੂ। ਬਸ ਗੱਲ ਹੈ ਕਮਾਨ ਦੀ। ਹੁਣ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਾਝ ਰਾਗ ਵਿੱਚ ਪੰਨਾ 112 ਤੇ ਸਾਨੂੰ ਇਹ ਸ਼ਬਦ ਦੇ ਬਾਰੇ ਦੱਸ ਰਹੇ ਨੇ। ਫਿਰ ਅਸੀਂ ਕਹਿੰਦੇ ਹਾਂ ਵੀ ਗੁਰੂ ਜੀ ਦੂਜੇ ਗੁਰੂਆਂ ਸਾਹਿਬਾਨ ਲਵੇ ਆਏ, ਮਿਹਨਤ ਕੀਤੀ, ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਵਰਗੇ ਬਣੇ, ਫਿਰ ਇਸ ਪਦਵੀ ਤੱਕ ਗਏ। ਕਿੰਨੀ ਮਿਹਨਤ ਕੀਤੀ ਹੋਊਗੀ ਹੁਣ ਅਸੀਂ ਸਮਝ ਸਕਦੇ ਹਾਂ। ਇੱਕ ਇੱਕ ਪੰਕਤੀ ਜੋ ਗੱਲ ਕਹਿ ਰਹੀ ਹੈ, ਅਗਰ ਹੰਢਾਈ ਹੈ ਤਾਂ ਕਹੀ ਜਾ ਰਹੀ ਹੈ ਨਾ, ਤਾਂ ਹੀ ਅੰਦਰੋਂ ਵਿਚਾਰ ਨਿਕਲੇ ਲਿਖਣ ਵਾਲੇ। ਜੇ ਹੰਢਾਏ ਭਗਤਾਂ ਨੇ, ਗੁਰੂ ਸਾਹਿਬਾਨ ਨੇ, ਤਾਂ ਹੀ ਬਾਣੀ ਦਾ ਉਚਾਰਨ ਹੋਇਆ। ਅੰਦਰ ਹੀਰਾ ਲਾਲ ਬਣਾਇਆ। ਅੰਦਰ ਦਾ ਮਤਲਬ ਮਨੁੱਖੀ ਸਰੀਰ ਦੇ ਅੰਦਰ ਹੀਰਾ ਲਾਲ ਬਣਾਇਆ। ਪਰਮਾਤਮਾ ਰੂਪੀ ਹੀਰਾ, ਪਰਮਾਤਮਾ ਰੂਪੀ ਪਤੀ, ਖਜ਼ਾਨਾ ਹਰ ਇੱਕ ਦੇ ਸਰੀਰ ਵਿੱਚ ਹੈ। ਹਰ ਇੱਕ ਦੇ ਸਰੀਰ ਵਿੱਚ ਕੀ ਹੈ? ਪਰਮਾਤਮਾ ਰੂਪੀ ਹੀਰਾ ਲਾਲ ਸਾਰਿਆਂ ਦੇ ਹੀ ਅੰਦਰ ਹੈ। ਗੁਰ ਕੈ ਸ਼ਬਦ ਪਰਖ ਪਰਖਾਇਆ। ਪਰ ਜਿਹੜੇ ਗੁਰੂ ਦੇ ਸ਼ਬਦ ਰਾਹੀਂ ਉਸ ਦੀ ਪਰਖ ਕਰਕੇ, ਮਿਹਨਤ ਕਰਕੇ, ਚੰਗੀ ਸੰਗਤ ਵਿੱਚ ਰਹਿ ਕੇ ਉਸ ਦੀ ਪਰਖ ਕਰ ਲੈਂਦੇ ਹਨ, ਉਹਨਾਂ ਨੂੰ ਉਹ ਲੱਭ ਪੈਂਦਾ ਹੈ। ਅੰਦਰ ਸਾਡੇ ਬਹੁਤ ਕੁਛ ਹੈ, ਪੂਰਾ ਬ੍ਰਹਿਮੰਡ, ਪੂਰੀ ਦੁਨੀਆ ਸਾਡੇ ਅੰਦਰ ਵਸ ਰਹੀ ਹੈ। ਪਰ ਗੱਲ ਹੈ ਕਿ ਅਸੀਂ ਉਸ ਨੂੰ ਲੱਭਣ ਲਈ ਖੋਜ ਕਰ ਰਹੇ ਹਾਂ ਆਪਣੇ ਅੰਦਰ। ਕਿਉਂਕਿ ਜੇ ਆਪਾਂ ਨੇ ਜ਼ਮੀਨ 'ਚ ਵੀ ਕੋਈ ਚੀਜ਼ ਕੱਢਣੀ ਹੋਵੇ ਤਾਂ ਸਾਨੂੰ ਮਿੱਟੀ ਵਿੱਚੋਂ ਰੋਜ਼ ਪੱਟ ਪੱਟ ਕੇ ਉਹਦੀ ਖੋਜ ਕਰਨੀ ਪੈਂਦੀ ਹੈ। ਮਿੱਟੀ 'ਚ ਕੋਈ ਤੱਤ ਲੱਭਣੇ ਹੋਣ ਨੂੰ ਕਿੰਨੀ ਪ੍ਰਯੋਗ ਕਰਦੇ ਨੇ, ਕਿੰਨੀ ਖੋਜ ਕਰਦੇ ਨੇ ਪ੍ਰਯੋਗਸ਼ਾਲਾ ਵਿੱਚ ਲੈ ਜਾ ਕੇ ਕੀ ਹੈ, ਕਿਹੜੇ ਤੱਤ ਨੇ, ਕਿਹੜੇ ਨਹੀਂ, ਕਿਹੜੀ ਕਮੀ ਹੈ, ਕਿਹੜਾ ਪੇਸ਼ ਕਰਦੇ ਨੇ ਨਾ। ਕੀ ਅਸੀਂ ਕਦੀ ਆਪਣੇ ਅੰਦਰਲੀ ਤੱਤਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਗੁਰੂ ਸਾਹਿਬ ਦੇ ਸਾਹਮਣੇ ਨੇ ਵੀ ਕੀ ਕਮੀਆਂ ਨੇ, ਕੀ ਠੀਕ ਹੈ, ਕਿਹੜੀ ਘਾਟ ਹੈ, ਕਿਹੜੀ ਅਸੀਂ ਪੂਰੀ ਕਰਨੀ ਹੈ। ਅਸੀਂ ਉਹ ਪਰਖ ਕਰਨੀ ਹੈ ਆਪਣੇ ਅੰਦਰ। ਬਾਹਰੋਂ ਚਮਕਣ ਨਾਲੋਂ ਅੰਦਰੋਂ ਚਮਕਣਾ ਹੈ। ਠੀਕ ਹੈ ਜੀ। ਤਾਂ ਉਹ ਕੀ ਹੋਏਗਾ ਫਿਰ? ਹੀਰਾ ਲਾਲ ਚਮਕੂ। ਜਿਵੇਂ ਹੀਰਾ ਲਾਲ ਚਮਕਦਾ ਨਾ, ਲਾਲ ਹੀਰਾ, ਉਸਦੀ ਚਮਕ ਦੀ ਰੋਸ਼ਨੀ ਬੜੀ ਤੇਜ਼ ਹੁੰਦੀ ਹੈ। ਠੀਕ ਹੈ ਜੀ। ਕਹਿੰਦੇ ਜਿਨ ਸੱਚ ਪੱਲੈ ਸੱਚ ਵਖਾਣੇ, ਸੱਚ ਕਸਵੱਟੀ ਲਾਵਣਿਆ। ਜਿਨ ਸੱਚ ਪੱਲੈ, ਜਿਸ ਨੇ ਵੀ ਆਪਣੇ ਹਿਰਦੇ ਵਿੱਚ ਉਸ ਸਦਾ ਸਥਿਰ ਪ੍ਰਭੂ ਦਾ ਹੀਰਾ ਵਸਾ ਲਿਆ, ਭਾਵ ਜਿਸ ਨੇ ਆਪਣੇ ਅੰਦਰ ਸੱਚ ਨੂੰ, ਜਿਸ ਸੱਚ ਪੱਲੈ, ਜਿਸ ਨੇ ਅੰਦਰ ਸੱਚ ਨੂੰ ਵਸਾ ਲਿਆ, ਜਿਹਦੇ ਅੰਦਰ ਸੱਚ ਆ ਗਿਆ। ਸੱਚ ਵਖਾਣੇ, ਉਹ ਸੱਚ ਦੀ ਹੀ ਗੱਲ ਕਰਦੇ ਨੇ ਬਸ। ਜਦ ਤੋਂ ਜਿਹੜੀ ਅੰਦਰ ਚੀਜ਼ ਹੋਊਗੀ ਉਹੀ ਬਾਹਰ ਕੱਢਾਂਗੇ। ਜੇ ਸੱਚ ਹੈ ਤਾਂ ਸੱਚ ਬਾਹਰ ਕੱਢਾਂਗੇ, ਨਹੀਂ ਬਾਰ ਬਾਰ ਸਾਡੇ ਮੂੰਹ ਚੋਂ ਕੀ ਨਿਕਲਦਾ? ਝੂਠ ਜਾਂ ਨਿੰਦਿਆ ਚੁਗਲੀ, ਹੈ ਨਾ। ਬਾਰ ਬਾਰ ਕਈ ਵਾਰ ਆਪਾਂ ਸ਼ਿਕਾਇਤ ਕਰਨ ਆ ਜਾਂਦੇ ਹਾਂ, ਹੈ ਨਾ ਬੇਟਾ ਜੀ, ਕਿਉਂ ਨਿਕਲਦੀ ਹੈ? ਇਹ ਨਹੀਂ ਕਿ ਕੋਈ ਗੱਲ ਹੈ, ਚਲੋ ਸਮਝੋ ਪਹਿਲਾਂ ਗੱਲ ਨੂੰ, ਕਿਉਂ ਨਿਕਲਦੀ ਹੈ? ਕਿਉਂਕਿ ਅੰਦਰੋਂ ਵਸ ਗਈ ਹਜੇ, ਪਰ ਆਪਾਂ ਨੇ ਉਹਨੂੰ ਬਾਹਰ ਕੱਢਣਾ ਹੈ। ਆਪਾਂ ਨੇ ਕੀ ਕਰਨਾ? ਉਸ ਨੂੰ
ਆਪਾਂ ਨੇ ਵਸਾਣਾ ਕੀ ਹੈ ਅੰਦਰ? ਕੀ ਵਸਾਣਾ ਅੰਦਰ ਆਪਾਂ ਨੇ? ਹਾਂ, ਉਹ ਚੀਜ਼ ਹੈਗੀ ਹੈ, ਆਪਾਂ ਨੂੰ ਦਿਖਦੀ ਹੈ ਕਿ ਮੈਂ ਕੀ ਬੋਲ ਰਿਹਾ, ਪਰ ਆਪਾਂ ਉਸ ਤੋਂ ਛੁਟਕਾਰਾ ਪਾਉਣਾ, ਕਿਉਂਕਿ ਉਹ ਵਧੀਆ ਚੀਜ਼ ਨਹੀਂ ਹੈ। ਆਪਾਂ ਸੱਚ ਵਸਾਣਾ ਅੰਦਰ। ਸੱਚ, ਜੇ ਸੱਚ ਅੰਦਰ ਹੋਊਗਾ ਤਾਂ ਹੀ ਸੱਚ ਦੀ ਗੱਲ ਕਰਾਂਗੇ। ਸੱਚ ਕਸਵੱਟੀ ਲਾਵਨੇ ਆ, ਪਰ ਸਾਡੇ ਅੰਦਰ ਸੱਚ ਹੈ ਜਾਂ ਨਹੀਂ ਹੈ, ਇਹਦੀ ਕਸਵੱਟੀ ਸੱਚ ਨਾਲ ਲੱਗ ਸਕਦੀ ਹੈ। ਕਈ ਵਾਰ ਕਹੀ ਜਾਂਦੇ ਨਾ ਆਪਾਂ ਗੱਲ ਕਰਕੇ, ਕੋਈ ਦੇਖੋ ਜੀ ਮੈਂ ਤਾਂ ਬਿਲਕੁਲ ਸੱਚੇ ਬੋਲ ਰਹੇ ਹਾਂ, ਮੇਰੀ ਤਾਂ ਗੱਲ ਗਲਤ ਹੈ ਹੀ ਨਹੀਂ। ਕਿਵੇਂ ਪਰਖ ਕਰਾਂਗੇ ਵੀ ਗੱਲ ਸਹੀ ਹੈ ਜਾਂ ਗਲਤ ਹੈ? ਤਾਂ ਗੁਰੂ ਦੀ ਗੱਲ ਨਾਲ ਮਿਲਾਵਾਂਗੇ ਸੱਚ ਨਾਲ। ਗੁਰੂ ਜੀ ਨੇ ਕੀ ਸਾਨੂੰ ਗੱਲਾਂ ਕਰਨ ਨੂੰ ਕਹੀਆਂ ਸੀਗੀਆਂ? ਜਿੱਦਾਂ ਕਹੀਆਂ ਸੀ ਤਾਂ ਸੱਚ ਮੰਨ ਲਓ, ਜੇ ਨਹੀਂ ਕਹੀਆਂ ਸੀ ਝੂਠ ਮੰਨ ਲਓ ਆਪਣੇ ਆਪ। ਤਾਂ ਸੱਚ ਨਾਲ ਸੱਚ ਦੀ ਕਸਵੱਟੀ ਲੱਗ ਸਕਦੀ ਹੈ। ਹੋਰ ਗੱਲਾਂ ਨਾਲ ਜਾਂ ਕਿਸੇ ਦੇ ਕਹਿਣ ਨਾਲ, ਚਾਹੇ ਲੱਖਾਂ ਬੰਦਾ ਇੱਕ ਪਾਸੇ ਕਹਿ ਦੇਵੇ ਕਿ ਝੂਠੀ ਗੱਲ ਨੂੰ ਸੱਚ, ਪਰ ਤੁਸੀਂ ਜਾਂ ਆਪਾਂ ਨੇ ਉਹ ਲੱਖਾਂ ਬੰਦਿਆਂ ਦੇ ਪ੍ਰਭਾਵ 'ਚ ਨਹੀਂ ਆ ਜਾਣਾ। ਆਪਾਂ ਕਹਿੰਦਾ ਗੁਰੂ ਕੀ ਕਹਿ ਰਹੇ ਨੇ ਬਸ, ਚਾਹੇ ਇਕੱਲੇ ਖੜੇ ਹੋਈਏ ਇੱਕ ਪਾਸੇ, ਚਾਹੇ ਅਸੀਂ ਇੱਕ ਪਾਸੇ ਇਕੱਲੇ ਖੜੀ ਹੋਈਏ ਤਾਂ ਵੀ ਅਸੀਂ ਲੱਖਾਂ ਦੇ ਪ੍ਰਭਾਵ 'ਚ ਨਹੀਂ ਆਉਣਾ ਵੀ ਪੱਲੇ ਪਾਸੇ ਲੱਖ ਬੰਦਾ ਬੋਲ ਰਿਹਾ ਵੀ ਇੱਦਾਂ ਕਰਨਾ। ਤੁਸੀਂ ਸੋਚੋ ਕਿ ਮੇਰੇ ਗੁਰੂ ਨੇ ਕੀ ਕਿਹਾ, ਚਾਹੇ ਇਕੱਲਾ ਹੀ ਰਹਿਣਾ ਪੈ ਜਾਵੇ, ਪਰ ਸੱਚ 'ਤੇ ਰਹਿਣਾ, ਬਸ ਸੱਚ ਨਾਲ ਜੁੜਨਾ। ਅਸੀਂ ਕਿਹਦੇ ਨਾਲ ਜੁੜਨਾ ਬੇਟਾ? ਕਿਸੇ ਝੂਠ ਦੇ ਵਿੱਚ ਜ਼ਿੰਦਗੀ 'ਚ ਨਹੀਂ ਪੈਣਾ। ਜੋ ਸੱਚ ਆ ਉਸ ਦਾ ਸਾਥ ਦਿਓ, ਕਿਉਂਕਿ ਝੂਠੀ ਜ਼ਿੰਦਗੀ ਇੱਕ ਦਿਨ ਸਾਨੂੰ ਫਸਾ ਦਿੰਦੀ ਹੈ, ਸਾਡਾ ਵਿਨਾਸ਼ ਕਰਨ ਵਾਲੇ ਪਾਸੇ ਤੋੜ ਦਿੰਦੀ ਹੈ। ਠੀਕ ਹੈ ਬੇਟਾ ਜੀ, ਹਮੇਸ਼ਾ ਜ਼ਿੰਦਗੀ 'ਚ ਆਪਣੇ ਖਿਆਲ ਰੱਖਣਾ। ਆਪਾਂ ਸਾਰਿਆਂ ਨੇ ਅੱਜ ਤੋਂ ਹੀ ਆਪਾਂ ਪ੍ਰਣ ਕਰੀਏ ਵੀ ਸੱਚ ਨਾਲ ਜੁੜੀਏ, ਸੱਚ ਹੀ ਬੋਲੀਏ, ਅਤੇ ਆਪਣੇ ਆਤਮ ਜੀਵਨ ਨੂੰ ਸਦਾ ਥਿਰ ਨਾਮ ਦੀ ਕਸਵੱਟੀ ਨਾਲ ਹੀ ਵਰਤਦੇ ਹਨ। ਕਸਵੱਟੀ ਸੱਚ ਦੀ ਹੀ ਵਰਤਦੇ ਹਨ ਜਿਹੜੇ ਇਸ ਲਾਈਨ 'ਤੇ ਤੁਰ ਪੈਂਦੇ ਹਨ। ਹੋਂ ਵਾਰੀ ਜੀਓ ਵਾਰੀ, ਗੁਰੂ ਜੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਮੇਰਾ ਜੀਓ ਵਾਰਨੇ ਜਾਂਦਾ ਹੈ। ਕਿਸ ਤੋਂ ਵਾਰਨੇ ਜਾਂਦਾ ਹੈ ਜੀ? ਗੁਰ ਕੀ ਬਾਣੀ ਮਨ ਵਸਾਵਨਿਆ, ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿੱਚ ਭਾਵ ਜਿਹੜੇ ਗੁਰੂ ਦੇ ਅਨੁਸਾਰ ਚੱਲਦੇ ਨੇ, ਮੈਂ ਉਹਨਾਂ ਤੋਂ ਕੀ ਜਾਂਦਾ ਹਾਂ? ਵਾਰਨੇ, ਸੱਦ ਕੇ ਜਾਂਦਾ ਹਾਂ। ਬਿਲਕੁਲ ਠੀਕ ਹੈ ਜੀ। ਅੰਜਨ ਮਾਹੇ ਨਿਰੰਜਨ ਪਾਇਆ, ਅੰਜਨ ਦਾ ਮਤਲਬ ਹੁੰਦਾ ਸੂਰਮਾ, ਸੁਰਮਾ, ਕਾਲਖ, ਕਾਲਸ। ਸਾਡੇ ਅੰਦਰ ਬੜੀ ਵਿਕਾਰਾਂ ਵਾਲੀ ਕਾਲਸ ਹੈ ਨਾ, ਹਮੇਸ਼ਾ ਹੀ ਕਿਸੇ ਦੀ ਚੁਗਲੀ ਜਾਂ ਨਿਕਲਦੀ ਹੈ, ਜਾਂ ਕਿਸੇ ਦਾ ਬੁਰਾ ਸੋਚਦੇ ਹਾਂ, ਕਿਸੇ ਦੀ ਗੱਲ ਕਰੀ ਜਾਂਦੇ ਹਾਂ। ਦੇਖੋ ਆਪਾਂ ਕਰਦੇ ਹਾਂ ਨਹੀਂ ਕਰਦੇ? ਕਰਦੇ ਹਾਂ ਨਾ, ਕਰਦੇ ਹਾਂ ਨਾ ਇੱਕ ਦੂਜੇ ਦੀ ਗੱਲ, ਆਪਾਂ ਇੱਕ ਦੂਜੇ ਨੀਵਾਂ ਦਿਖਾਉਣ ਦੀ ਗੱਲ ਕਰਦੇ ਹਾਂ ਨਹੀਂ ਕਰਦੇ? ਕਰਦੇ ਨਾ। ਇਹ ਕਾਲਸ ਹੈ। ਗੁਰੂ ਜੀ ਕਹਿੰਦੇ ਇਸ ਕਾਲਸ ਦੇ ਵਿੱਚੋਂ ਹੀ ਜੇ ਤੂੰ ਗੁਰੂ ਦੀ ਗੱਲ ਨੂੰ ਮੰਨੇਗਾ, ਤੈਨੂੰ ਉਹ ਨਿਰੰਜਨ ਜਿਹੜਾ ਕਾਲਸ ਤੋਂ ਰਹਿਤ ਹੈ, ਜਿਹਨੂੰ ਕਦੀ ਕਾਲਖ ਲੱਗ ਹੀ ਨਹੀਂ ਸਕਦੀ, ਤੈਨੂੰ ਅੰਦਰੋਂ ਹੀ ਪ੍ਰਾਪਤ ਹੋ ਜਾਊਗਾ। ਆਪਣੇ ਜੋਤੀ ਜੋਤ ਮਿਲਾਵਨਿਆ, ਉਸ ਪ੍ਰਮਾਤਮਾ ਰੂਪੀ ਜੋਤ ਵੀ ਤੇਰੀ ਜੋਤ ਵੀ ਮਿਲ ਜੂਗੀ, ਭਾਵ ਤੂੰ ਉਸ ਦਾ ਹੀ ਰੂਪ ਬਣ ਜਾਏ। ਕਿੱਥੇ ਵੀ ਹੋਵੇਗਾ ਤੂੰ, ਚਾਹੇ ਤੂੰ ਕਿਤੇ ਬਾਹਰ ਹੈ, ਅੰਦਰ ਹੈ, ਅਮਰੀਕਾ ਬੈਠਾ, ਉਰੇ ਬੈਠ, ਘਰੇ ਬੈਠਾ, ਤੇਰੇ ਅੰਦਰ ਗੰਦਗੀ ਨਹੀਂ ਆਊਗੀ। ਕੀ ਨਹੀਂ ਆਊਗੀ? ਨਹੀਂ ਆਊਗੀ। ਤੈਨੂੰ ਉਹ ਨਿਰੰਜਨ ਅੰਦਰੋਂ ਮਿਲ ਜੂਗੀ। ਤੇਰੀ ਜੋਤ ਕਿਸ 'ਚ ਮਿਲ ਗਈ? ਪਰਮਾਤਮਾ ਦੀ ਜੋਤ ਵਿੱਚ। ਰਹਾਓ ਕਹਿੰਦੇ ਇਹਨਾਂ ਤੁਕਾਂ 'ਤੇ ਖੜੋ, ਇਹਨੂੰ ਬਾਰ-ਬਾਰ ਸਮਝੋ। ਅਸੀਂ ਗੁਰੂ ਦੀ ਗੱਲ ਨੂੰ ਮੰਨਣਾ ਹੈ। ਕਹਿੰਦੇ ਗੁਰੂ ਕੀ ਬਾਣੀ ਮਨ ਵਸਾਵਣੇ, ਅਸੀਂ ਗੁਰੂ ਦੀ ਬਾਣੀ ਨੂੰ ਮਨ ਵਿੱਚ ਵਸਾਉਣਾ ਹੈ। ਪਰ ਇਸ ਦਾ ਪਤਾ ਉਦੋਂ ਲੱਗਦਾ ਜਦੋਂ ਅਸੀਂ ਮਾਹੌਲ ਤੋਂ ਬਾਹਰ ਜਾਂਦੇ ਹਾਂ। ਜਿਵੇਂ ਹੁਣ ਤੁਸੀਂ ਜਾ ਰਹੇ ਹੋ, ਹੁਣ ਤੁਸੀਂ ਉੱਥੇ ਹਫ਼ਤੇ ਦੇ ਵਿੱਚ ਕੀ ਆਪਣਾ ਡਿਸਪਲਿਨ ਨੂੰ, ਸ਼ਾਸਨ ਕਾਇਮ ਰੱਖ ਪੈਂਦੇ ਹੋ? ਉੱਥੇ ਪ੍ਰਭਾਵ ਤਾਂ ਨਹੀਂ ਆ ਜਾਂਦੇ ਵੀ ਪਾਣੀ ਨਹੀਂ ਪੜ੍ਹਨੀ, ਸਵੇਰੇ ਉੱਠ ਕੇ ਪਾਠ ਹੀ ਨਹੀਂ ਕਰਨਾ, ਜਾਂ ਸਵੇਰੇ ਉੱਠਣਾ ਹੀ ਨਹੀਂ ਟਾਈਮ ਨਾਲ, ਅਤੇ ਰਾਤ ਨੂੰ 12 ਵਜੇ ਤੱਕ ਸੋਣਾ ਨਹੀਂ। ਹੁਣ ਤੁਸੀਂ ਦੇਖਣਾ ਵੀ ਤੁਸੀਂ ਕਸਵੱਟੀ ਆਪਣੀ ਲਾਣੀ ਹੈ, ਡਿਸਪਲਿਨ ਆਪਣਾ। ਕਿਤੇ ਵੀ ਜਾਂਦੇ ਆ, ਕਹਿੰਦਾ ਉਦਾਹਰਣ ਹੈ ਜਸਟ ਇੱਕ, ਠੀਕ ਹੈ ਜੀ। ਰੋਜ਼ ਫੋਨ ਕਰਕੇ ਤੁਸੀਂ ਮੈਨੂੰ ਦੱਸਣਾ ਹੈ, ਠੀਕ ਹੈ ਨਾ, ਕਿ ਤੁਸੀਂ ਕੀ ਆਪਣਾ ਅਨੁਸ਼ਾਸਨ ਕਾਇਮ ਰੱਖਿਆ, ਪਾਠ ਕਰਨ ਦਾ, ਸਹਿਜ ਪਾਠ ਕਰਨ ਦਾ ਟਾਈਮ ਲਗਾਇਆ। ਕੋਸ਼ਿਸ਼ ਕਰੋ ਬੱਚਿਆਂ ਨਾਲ ਬਹਿ ਕੇ ਕਿਸੇ ਇੱਕ ਸ਼ਬਦ ਦੀ ਡੇਲੀ ਵਿਚਾਰ ਕਰੋ, ਛੋਟੀ ਜਿਹੀ ਕਰੋ, ਚਾਹੇ ਇਹ ਗ੍ਰੰਥ ਰਾਹੀਂ, ਇਹ ਗੁਰਬਾਣੀ ਰਾਹੀਂ, ਮੋਬਾਈਲ 'ਚ ਹੈ ਨਾ, ਹੁਣ ਡਾਊਨਲੋਡ ਕਰ ਲਓ, ਅਤੇ ਬੱਚਿਆਂ ਨੂੰ ਡੇਲੀ ਕੋਈ ਨਾ ਕੋਈ ਸ਼ਬਦ ਦੀ ਵਿਚਾਰ ਜਿਵੇਂ ਆਪਾਂ ਕਰ ਰਹੇ ਹਾਂ ਤਾਂ ਜ਼ਰੂਰ ਕਰੋ। ਚਾਹੇ ਥੋੜ੍ਹੀ ਕਰ ਲਓ, ਜਿੰਨੀ ਕੁ ਸਮਝੋ ਉਨੀ ਕੁ ਕਰ ਲਓ, ਪਰ ਕਰੋ ਜ਼ਰੂਰ। ਇਹਦੇ ਨਾਲ ਕੀ ਹੋਊਗਾ? ਮਨ ਰੋਜ਼ ਲੱਗਿਆ ਰਹੂ ਕਿਸੇ ਨਾ ਕਿਸੇ ਕਾਰਜ 'ਚ। ਇਸ ਕਾਇਆ ਅੰਦਰ ਬਹੁਤ ਪਸਾਰਾ, ਗੁਰੂ ਜੀ ਕਹਿੰਦੇ ਇਸ ਸਰੀਰ ਦੇ ਅੰਦਰ ਬਹੁਤ ਪਸਾਰਾ ਹੈ। ਇੱਕ ਤਾਂ ਹੁੰਦਾ ਨਾ ਮਾੜਾ ਮੋਟਾ, ਜਿੰਨਾ ਬ੍ਰਹਿਮੰਡ ਬਾਹਰੋਂ ਹੈ ਨਾ, ਕਹਿੰਦੇ ਉਨਾ ਹੀ ਤੇਰੇ ਅੰਦਰ ਹੈ। ਪਸਾਰਾ ਮਤਲਬ ਬਹੁਤ ਵੱਡਾ ਏਰੀਆ, ਦਿਮਾਗ 'ਚ ਬਹੁਤ ਕੁਛ ਹੈ।
ਜਿਹਨੂੰ ਤੁਸੀਂ ਕਦੀ ਭਰ ਨਹੀਂ ਸਕਦੇ ਹੈਗੇ। ਜਿਵੇਂ ਪੂਰਾ ਬ੍ਰਹਿਮੰਡ ਨੂੰ ਸਮਝ ਨਹੀਂ ਸਕਦੇ ਕਿੱਡਾ ਵੱਡਾ ਬ੍ਰਹਿਮੰਡ ਹੈ, ਇੱਦਾਂ ਹੀ ਸਾਡੇ ਅੰਦਰ ਦਾ ਪਸਾਰ ਹੈ। ਗੱਲ ਹੈ ਖੋਜ ਕਰਨ ਦੀ, ਜਿੰਨਾ ਖੋਜੀ ਜਾਂਦੇ ਉਹਨਾਂ ਕੁ ਦਿਖੀ ਜਾਂਦਾ। ਜਿਵੇਂ ਬਾਹਰ ਵੀ ਕਈ ਵਾਰ ਐਂ ਲੱਗਦਾ ਸੀ ਬਸ ਆਹੀ ਸਮਾਨ ਹੈ, ਇਸ ਤੋਂ ਅੱਗੇ ਕੁਛ ਨਹੀਂ ਹੈ। ਪਰ ਜਿਵੇਂ ਜਿਵੇਂ ਉਹ ਅੱਗੇ ਗਏ ਐਂ ਦੇਖਿਆ ਵੀ ਇਹ ਤਾਂ ਕੁਛ ਵੀ ਨਹੀਂ, ਇਹ ਤਾਂ ਸਿਰਫ ਨਜ਼ਰ ਦਾ ਬਸ ਇੱਕ ਏਰੀਆ ਵੀ ਤੱਕ ਸਾਰੀ ਨਜ਼ਰ ਅਸਮਾਨ ਨੂੰ ਦੇਖ ਪਾਉਂਦੀ, ਉਹਨਾਂ ਸਾਨੂੰ ਦਿਖ ਜਾਂਦਾ। ਆਪਾਂ ਨੂੰ ਲੱਗਦਾ ਸੀ ਸ਼ਾਇਦ ਛੱਤ ਹੈ, ਆਹ ਨੀਲੀ ਜਿਹੜੀ ਦਿਖਦੀ ਹੈ ਵੀ ਇਸ ਤੋਂ ਅੱਗੇ ਕੁਛ ਨਹੀਂ ਹੈਗਾ। ਆਪਾਂ ਪਹਿਲਾਂ ਇਹੀ ਗੱਲਾਂ ਕਰਦੇ ਸਾਰੇ ਬੰਦੇ ਦੁਨੀਆ 'ਚ। ਪਰ ਜਿਵੇਂ ਜਿਵੇਂ ਅੱਗੇ ਗਏ ਕਹਿੰਦੇ ਤਾਂ ਕੋਈ ਅੰਤ ਹੀ ਨਹੀਂ ਭਾਈ। ਤਾਂ ਇੰਨੀ ਪਸਾਰਾ ਸਾਡੇ ਵੀ ਅੰਦਰ ਹੈ ਜਿਸ ਦਾ ਕੋਈ ਅੰਤ ਨਹੀਂ ਹੈ। ਨਾਮ ਨਿਰੰਜਨ ਅਤ ਅਗਮ ਅਪਾਰਾ, ਜਿਸ ਨਿਰੰਜਨ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਨੂੰ ਮੈਲ ਨਹੀਂ ਲੱਗਦੀ, ਜਿਹੜਾ ਅਗੰਮ ਹੈ, ਪਹੁੰਚ ਤੋਂ ਬਾਹਰ ਹੈ, ਅਪਾਰ ਹੈ, ਉਹ ਪ੍ਰਮਾਤਮਾ ਦਾ ਹੁਕਮ ਤੇਰੇ ਅੰਦਰ ਚੱਲ ਰਿਹਾ ਹੈ। ਜੇ ਕਹਿੰਦੇ ਅਸੀਂ ਪਹੁੰਚ ਨਹੀਂ ਪਾਉਂਦੇ ਪਰ ਉਹ ਅੰਦਰ ਚੱਲ ਰਿਹਾ ਤੇਰੇ, ਉਹ ਪਸਾਰਾ ਤੇਰੇ ਅੰਦਰ ਫੈਲਿਆ ਹੋਇਆ ਹੈ। ਗੁਰਮੁਖ ਹੋਵੈ ਸੋਈ ਪਾਏ, ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਸ ਨੂੰ ਪ੍ਰਾਪਤ ਕਰ ਲੈਂਦੇ ਨੇ, ਉਸ ਨੂੰ ਸਮਝ ਲੈਂਦੇ ਨੇ। ਫਿਰ ਬਾਹਰ ਭਟਕਣਾ ਤਾਂ ਹੀ ਬੰਦ ਹੁੰਦੀ ਹੈ ਨਾ ਜਦੋਂ ਅੰਦਰੋਂ ਸਮਝਦੇ ਨੇ। ਗੁਰਮੁਖ ਹੋਵੈ ਸੋਈ ਪਾਏ, ਉਹੀ ਪਾਉਂਦੇ ਨੇ ਜਿਹੜੇ ਗੁਰੂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਨੇ, ਜਿਉਂਦੇ ਨੇ, ਅੰਦਰੋਂ ਪਸਾਰੇ ਨੂੰ ਸਮਝਦੇ ਨੇ। ਆਪੇ ਬਖਸ਼ ਮਿਲਾਵਨਿਆ, ਫਿਰ ਪਰਮਾਤਮਾ ਪ੍ਰਭੂ ਆਪੇ ਬਖਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ, ਜੋਤ ਨੂੰ ਜੋਤ ਨਾਲ ਇੱਕ ਕਰ ਲੈਂਦਾ ਹੈ, ਮਿਲਾ ਲੈਂਦਾ ਹੈ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰੂ ਜੀ ਕਹਿੰਦੇ ਮੇਰਾ ਜੋ ਠਾਕੁਰ ਹੈ ਨਾ ਉਹ ਹਮੇਸ਼ਾ ਸੱਚ ਨੂੰ ਹੀ ਪੱਕਾ ਕਰਵਾਉਂਦਾ ਹੈ, ਉਹ ਝੂਠ ਦੀ ਗੱਲ ਕਰਦਾ ਹੀ ਨਹੀਂ। ਉਹ ਜਦੋਂ ਵੀ ਤੁਹਾਨੂੰ ਕਹੂਗਾ ਸੱਚ ਪੱਕਾ ਕਰਨ ਵਾਸਤੇ ਕਹੂਗਾ, ਉਹ ਗੱਲ ਕਰਨੀ ਨਹੀਂ ਵੀ ਹੋਰ ਕੋਈ ਕੰਪਰੋਮਾਈਜ਼ ਨਹੀਂ ਸੱਚ ਦੇ ਉੱਪਰ। ਗੁਰੂ ਜੀ ਦਾ ਨੀਹਾਂ 'ਚ ਚਿਣੇਗੇ। ਕਈ ਵਾਰ ਹੁੰਦਾ ਨਾ ਵੀ ਚਲੋ ਜੇ ਆਪਾਂ ਆਪਣੀ ਗੱਲ ਕਰਦੇ ਹਾਂ, ਵੈਸੇ ਆਪਾਂ ਕਹਿੰਦੇ ਨਹੀਂ ਚੱਲ ਥੋੜ੍ਹੇ ਟਾਈਮ ਲਈ ਆਪਾਂ ਐਂ ਕਰ ਲਓ, ਬਾਅਦ ਵਿੱਚ ਫੇਰ ਬਦਲ ਜਾਵਾਂਗੇ। ਆਪਾਂ ਕੰਪਰੋਮਾਈਜ਼ ਕਰ ਲੈਣਾ ਕਿਸੇ ਚੀਜ਼ ਨਾਲ ਵੀ ਚੱਲ ਆਪਣਾ ਜਾਨ ਬਚਾ ਲਈ ਇੰਨਾ ਟਾਈਮ ਆਪਾਂ ਫੇਰ ਬਦਲ ਜਾਓ, ਅੰਦਰੋਂ ਤਾਂ ਆਪਾਂ ਪੱਕੀ ਆ, ਬਾਅਦ 'ਚ ਫੇਰ ਇੱਦਾਂ ਕਰ ਲਾਂਗੇ, ਫੇਰ ਬਦਲ ਜਾਵਾਂਗੇ, ਇੰਨਾ ਟਾਈਮ ਸਮਾਂ ਕੱਢ ਦਿਓ। ਪਰ ਕੰਪਰੋਮਾਈਜ਼ ਤਾਂ ਕੀਤਾ ਨਾ। ਤਾਂ ਗੁਰੂ ਜੀ ਕਹਿੰਦੇ ਠਾਕੁਰ ਸਿਰਫ ਸੱਚ ਹੀ ਦੜਾਉਂਦਾ, ਉਹ ਕੰਪਰੋਮਾਈਜ਼ ਵਾਲੇ ਪਾਸੇ ਸੱਚ ਦੇ ਉੱਪਰ ਕਹਿੰਦੇ ਕੋਈ ਕੰਪਰੋਮਾਈਜ਼ ਨਹੀਂ। ਗੁਰ ਪ੍ਰਸਾਦੀ ਸੱਚ ਚਿੱਤ ਲਾਏ, ਗੁਰੂ ਦੀ ਕਿਰਪਾ ਨਾਲ ਹੀ ਜਿਹੜਾ ਚਿੱਤ ਸਾਡਾ ਨਾ ਮਨ ਸੱਚ ਨਾਲ ਤਾਂ ਜੁੜਦਾ ਜਦੋਂ ਗੁਰੂ ਦੀ ਕਿਰਪਾ ਪਾਓ, ਗੁਰੂ ਦੇ ਅਨੁਸਾਰ ਜੀਵਨ ਜੀਂਦੇ ਹਾਂ, ਗੁਰੂ ਦੇ ਕਹਿਣੇ ਨੂੰ ਮੰਨਦੇ ਹਾਂ, ਗੁਰੂ ਦੀ ਸਾਡੇ ਕਿਰਪਾ ਹੁੰਦੀ ਹੈ, ਹਮੇਸ਼ਾ ਗੁਰੂ ਨਾਲ ਜੁੜੇ ਰਹਿੰਦੇ ਹਾਂ। ਫਿਰ ਉਹ ਸਾਡੇ ਚਿੱਤ ਵਿੱਚ ਕੀ ਹੁੰਦਾ ਹੈ, ਵਸ ਜਾਂਦਾ ਹੈ। ਫਿਰ ਝੂਠ ਤਾਂ ਨਿਕਲਦਾ ਹੀ ਨਹੀਂ ਅੰਦਰੋਂ ਕਦੀ ਜ਼ਿੰਦਗੀ 'ਚ। ਸੱਚੋ ਸੱਚ ਵਰਤੈ ਸਭਨੀ ਥਾਈ, ਗੁਰੂ ਜੀ ਕਹਿੰਦੇ ਸਾਰੇ ਕਿਤੇ ਸੱਚ ਹੀ ਵਰਤ ਰਿਹਾ, ਤੂੰ ਖਿਆਲ ਰੱਖ, ਤੂੰ ਵੀ ਸੱਚ ਬਣ। ਝੂਠ ਤਾਂ ਹੈ ਹੀ ਨਹੀਂ ਕਿਤੇ। ਗੁਰੂ ਜੀ ਕਹਿੰਦੇ ਹਰ ਹੁਕਮ ਦਾ ਸਾਰਾ ਸੱਚ ਹੀ ਵਰਤ ਰਿਹਾ। ਤੁਸੀਂ ਝੂਠ 'ਚ ਗਏ ਤਾਂ ਹੀ ਤਾਂ ਆਪਾਂ ਦੁੱਖ ਪਾ ਰਹੇ ਹਾਂ, ਤਾਂ ਹੀ ਤਾਂ ਮਨਾਂ 'ਚ ਕਲੇਸ਼ ਆ ਗਏ, ਟੈਨਸ਼ਨਾਂ ਆ ਗਈਆਂ, ਕਿਉਂਕਿ ਅਸੀਂ ਝੂਠ ਦਾ ਸਾਰਾ ਵੱਧ ਲੈਣ ਲੱਗ ਗਏ, ਜਦ ਕਿ ਵਰਤ ਸਾਰੇ ਪਾਸੇ ਸੱਚ ਰਿਹਾ। ਸੱਚੇ ਸੱਚ ਸਮਾਵਨਿਆ, ਸਾਰੇ ਉਸ ਵਿੱਚ ਹੀ ਸਮਾਏ ਹੋਏ ਨੇ, ਸੱਚ ਵਿੱਚ ਹੀ। ਫਿਰ ਕਿਉਂ ਝੂਠ ਬੋਲ ਕੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ? ਕਿਉਂ ਝੂਠੀ ਜ਼ਿੰਦਗੀ ਜੀ ਕੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ? ਸੱਚ ਸਮਾਓ। ਵੇ ਪਰਵਾਹ ਸੱਚ ਮੇਰਾ ਪਿਆਰਾ, ਮੇਰਾ ਪਿਆਰਾ ਪਰਮਾਤਮਾ ਪ੍ਰਭੂ ਉਹ ਸੱਚ ਹੈ ਨਾ, ਉਹ ਬੇਪਰਵਾਹ ਹੈ। ਬੇਪਰਵਾਹ ਦਾ ਮਤਲਬ ਉਹ ਆਪਣੇ ਪਸਾਰੇ ਵੀ ਜੋ ਉਹਨੇ ਕਰਨਾ ਉਵੇਂ ਹੀ ਕਰ ਰਿਹਾ, ਉਹ ਕਿਸੇ ਦੇ ਗੱਲਾਂ ਵਿੱਚ ਨਹੀਂ ਆਉਂਦਾ। ਉਹ ਜਿਵੇਂ ਉਹਨੇ ਕਰਨਾ ਸੱਚ ਦੇ ਅਨੁਸਾਰ ਕਰਨਾ, ਉਹ ਸੱਚ ਅਨੁਸਾਰ ਹੀ ਆਪਣੇ ਸਿਸਟਮ ਨੂੰ ਚਲਾ ਰਿਹਾ ਹੈ। ਕਿਲ ਵਿਖ ਅਵਗਨ ਕੱਟ ਨਹਾਰਾ, ਉਹ ਸਾਡੇ ਅੰਦਰਲੇ ਅਵਗੁਣ ਨੇ, ਬੁਰੇ ਗੁਣ ਨੇ, ਵਿਕਾਰ ਨੇ, ਉਹਨੂੰ ਕੱਟਣ ਦੇ ਯੋਗਤਾ ਰੱਖਦਾ। ਉਹ ਯੋਗ ਹੈ, ਉਹ ਕੱਟ ਦਿੰਦਾ ਹੈ। ਪ੍ਰੇਮ ਪ੍ਰੀਤ ਸਦਾ ਧਿਆਈ ਹੈ, ਪਰ ਉਦੋਂ ਹੋਊਗਾ ਜਦੋਂ ਅਸੀਂ ਪ੍ਰੇਮ ਕਰਾਂਗੇ ਉਸ ਨਾਲ, ਉਹ ਪ੍ਰੀਤ ਨਾਲ ਧਿਆਵਾਂਗੇ ਉਸ ਨੂੰ। ਇੱਕ ਤਾਂ ਹੁੰਦਾ ਫਾਰਮੈਲਿਟੀ ਨਾਲ ਪਾਠ ਕਰਨਾ ਵੀ ਸਵੇਰੇ ਅੱਧਾ ਘੰਟਾ ਲਾਣਾ ਹੀ ਹੈ ਨਾ। ਜਿਵੇਂ ਚਾਹ ਹੁੰਦਾ ਨਾ ਵੀ ਅਚਮੀ ਲੱਗੀ ਹੋਵੇ ਸਾਨੂੰ ਕਿਸੇ ਚੀਜ਼ ਨੂੰ ਕਰਨ ਦੀ, ਅਚਮੀ ਲੱਗ ਜਾਂਦੀ ਹੈ ਨਾ, ਜਿਵੇਂ TV ਦੇਖਣ ਦੀ ਅਚਮੀ ਲੱਗੀ ਹੁੰਦੀ ਹੈ ਆਪਾਂ ਨੂੰ, ਵੀ ਘੰਟਾ ਡੇਢ ਘੰਟਾ ਦੇਖੀ ਚੱਲੋ ਚੱਲਦੀਆਂ ਹੁੰਦਾ ਨਾ ਅੰਦਰ। ਉਹੀ ਪ੍ਰੇਮ ਪ੍ਰੀਤ ਕਹਿੰਦੇ ਜੇ ਤੇਰੀ ਹੋਊਗੀ ਤਾਂ ਗੱਲ ਬਣੂਗੀ ਤੇਰੀ। ਫਿਰ ਉਨੀ ਅਚਮੀ ਤੈਨੂੰ ਲੱਗੂ ਵੀ ਯਾਰ ਅੱਜ ਕੁਛ ਕੀਤਾ ਨਹੀਂ ਤਾਂ ਕੁਛ ਕਰੀਏ, ਪਾਠ ਕਰੀਏ, ਗੁਰੂ ਦੀ ਗੱਲ ਨੂੰ ਸੁਣੀਏ, ਅਤੇ ਅੱਜ ਮੈਂ ਕੋਈ ਗੁਰੂ ਅਨੁਸਾਰ ਕੰਮ ਨਹੀਂ ਕੀਤਾ। ਭੈ ਪਾਏ ਭਗਤ ਦ੍ਰਿੜਾਵਨਿਆ, ਜਦੋਂ ਪ੍ਰੇਮ ਭਰੇ ਭੈ ਦੇ ਵਿੱਚ ਕੰਮ ਕਰਦੇ ਆ ਕਹਿੰਦੇ ਫਿਰ ਭਗਤ ਦ੍ਰਿੜਤਾ ਆਉਂਦੀ ਹੈ ਭਗਤੀ ਪ੍ਰਤੀ ਸਾਡੀ। ਫਿਰ ਅਸੀਂ ਪੱਕੇ ਹੁੰਦੇ ਹਾਂ। ਜੇ ਮਨ 'ਚ ਇੱਛਾ ਹੁੰਦੀ ਨਾ ਵੀ ਸਵੇਰੇ ਉੱਠ ਕੇ ਮੈਂ ਪਾਠ ਕਰਨਾ ਹੀ ਕਰਨਾ ਪਹਿਲਾਂ,
ਫਿਰ ਰੋਜ਼ ਪਿਆਰ ਆਊਗਾ, ਦ੍ਰਿੜਤਾ, ਉਹਦਾ ਦ੍ਰਿੜਤਾ ਆਉਂਦੀ ਹੈ ਜਦੋਂ ਪਿਆਰ ਆਊਗਾ ਸਿਰ ਉੱਠਣ ਸਾਰ। ਪਰ ਆਉਂਦਾ ਹੈ? ਸੋਚ ਕੇ ਦੇਖੋ। ਪਹਿਲਾਂ ਅਸੀਂ ਕੰਮਾਂ ਨੂੰ ਫੜ ਲੈਂਦੇ ਹਾਂ, ਹੋਰ ਚੀਜ਼ਾਂ ਫੜ ਲੈਂਦੇ ਹਾਂ, ਇਹ ਤਾਂ ਫਿਰ ਬਾਅਦ ਕਰਦੇ ਜਦੋਂ ਟਾਈਮ ਹੁੰਦਾ। ਪਹਿਲਾਂ ਦ੍ਰਿੜਤਾ ਲਿਆਓ ਵੀ ਪਹਿਲਾਂ ਰੱਬ ਪ੍ਰਮਾਤਮਾ ਨਾਲ ਜੁੜ ਕੇ ਉਹਦੀ ਸਿੱਖਿਆ ਲੈਣੀ ਹੈ, ਫਿਰ ਉਹਦੇ ਨੂੰ ਸਾਰੇ ਕੰਮ ਕਰਨੇ ਨੇ। ਜੇ ਸਾਨੂੰ ਗੁਰੂ ਨੇ ਕਿਹਾ ਵੀ ਸਾਰਿਆਂ ਨਾਲ ਪ੍ਰੇਮ ਨਾਲ ਬੋਲਣੀ, ਤਾਂ ਕੁਛ ਵੀ ਹੋ ਜਾਵੇ ਕੋਸ਼ਿਸ਼ ਕਰੋ ਅੰਦਰ ਚਲਾਉਣ ਦੀ, ਵੀ ਗੁੱਸਾ ਕਰਨਾ ਹੀ ਨਹੀਂ। ਇੱਕ ਦਿਨ ਲਈ ਕਰੋ, ਅਗਲੇ ਦਿਨ ਪ੍ਰਮਾਤਮਾ ਨੇ ਕਿਹਾ ਸੱਚ ਬੋਲਣ ਦੀ ਕੋਸ਼ਿਸ਼ ਕਰੋ, ਜਾਂ ਝੂਠ ਬੋਲਣਾ ਹੀ ਨਹੀਂ, ਜਾਂ ਛਿੱਤਰ ਪੈ ਜਾਣ। ਸੱਚੇ ਬੋਲਣਾ। ਮਤਲਬ ਜੇ ਰੋਜ਼ ਪ੍ਰੈਕਟਿਸ ਕਰਾਂਗੇ, ਸਾਲ 2 ਸਾਲ ਨੂੰ ਅਸੀਂ ਗੁਰੂ ਦਾ ਰੂਪ ਹੋ ਸਕਦੇ ਹਾਂ, ਪ੍ਰਮਾਤਮਾ ਦਾ ਰੂਪ ਹੋ ਸਕਦੇ ਹਾਂ। ਹੁਣ ਆਪਣੇ 'ਤੇ ਵੀ ਅਸੀਂ ਕੀ ਮਿਹਨਤ ਕਰਨਾ ਚਾਹੁੰਦੇ ਹਾਂ ਵਾਲੀ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਕਹਿੰਦੇ ਜੇ ਤੂੰ ਸੱਚ ਜੇ ਚਾਹਵੇਂਗਾ, ਜੇ ਸੱਚੇ ਭਾਵ ਹੈ, ਜੇ ਸੱਚੇ ਪ੍ਰਮਾਤਮਾ ਨੂੰ ਭਾ ਗਈ, ਤੇਰੀ ਭਗਤ ਸੱਚੀ, ਜਿਹੜੀ ਤੇਰੀ ਸੱਚੀ ਭਗਤੀ ਤੂੰ ਕਰ ਰਿਹਾ ਨਾ, ਜੋ ਸੱਚੇ ਪ੍ਰਮਾਤਮਾ ਨੂੰ ਵਧੀਆ ਲੱਗੀ, ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ। ਹੁਣ ਜੇ ਉਹ ਸੱਚੇ ਪ੍ਰਮਾਤਮਾ ਨੂੰ ਇਹ ਸਭ ਕੁਝ ਠੀਕ ਲੱਗਦਾ ਹੈ, ਹੇ ਭਾਈ, ਹੇ ਆਪਣੇ ਗੱਲ ਕਰ ਰਹੇ ਨੇ ਗੁਰੂ ਜੀ, ਹੇ ਸਦਾ ਸਥਿਰ ਪ੍ਰਭੂ, ਤੇਰੀ ਭਗਤੀ ਦਾ ਜੀਵ ਨੂੰ ਤਦੋਂ ਮਿਲਦੀ ਹੈ ਜੇ ਤੇਰੀ ਰਜ਼ਾ ਹੋਵੇ। ਰਜ਼ਾ ਕਿਵੇਂ ਹੋਵੇ? ਜੇ ਅਸੀਂ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜੀਂਦੇ ਹਾਂ, ਉਹਨੂੰ ਲੱਗਦਾ ਕਿ ਇਹ ਵਿਅਕਤੀ ਬਹੁਤ ਕਹਿਣਾ ਮੰਨ ਰਿਹਾ ਹੈ, ਇਹ ਕਰਨਾ ਚਾਹੁੰਦਾ, ਉਸ ਦੀ ਇੱਛਾ ਹੈ ਕਿ ਸੱਚ ਨਾਲ ਜੁੜਨਾ ਚਾਹੁੰਦਾ ਹੈ, ਤਾਂ ਉਹ ਫਿਰ ਪੱਕਾ ਕਰ ਦਿੰਦਾ, ਅੰਦਰੋਂ ਸਟਰੋਂਗ ਕਰ ਦਿੰਦਾ ਸਾਨੂੰ। ਫਿਰ ਅਸੀਂ ਥੜਕਦੇ ਨਹੀਂ ਹੈਗੇ, ਸੱਚ ਤੋਂ ਦੂਰ ਨਹੀਂ ਜਾਂਦੇ, ਫਿਰ ਅਸੀਂ ਭਗਤੀ ਕਰਦੇ ਹਾਂ। ਸੱਚ ਭਗਤੀ ਕੀ ਹੈ? ਗੁਣਾਂ ਨੂੰ ਗਾਣਾ, ਗੁਣਾਂ ਵਾਲਾ ਜੀਵਨ ਬਣਾਉਣਾ ਹੀ ਭਗਤੀ ਹੈ, ਸੱਚ 'ਤੇ ਤੁਰਨਾ। ਫਿਰ ਅਸੀਂ ਠੱਗੀ ਵਾਲੇ ਪਾਸੇ ਨਹੀਂ ਜਾਂਦੇ, ਪੈਸੇ ਦਾ ਲਾਲਚ ਵੀ ਨਹੀਂ ਕਰਦੇ। ਅਸੀਂ ਤਾਂ ਤੁਸੀਂ ਦੇਖ ਕੇ ਦੇਖੋ, ਆਪਾਂ ਨਕਲੀ ਪੈਸਿਆਂ ਪਿੱਛੇ ਲੜ ਪੈਂਦੇ ਹਾਂ ਆਪਸ ਵਿੱਚ। ਦੇਖੋ ਆਪਣੇ ਆਪ ਨੂੰ ਦੇਖ ਕੇ ਦੇਖੋ, ਅਸੀਂ ਨਕਲੀ ਪੈਸਿਆਂ, ਨਕਲੀ ਗੇਮ ਪਿੱਛੇ ਅਸੀਂ ਇੱਕ ਦੂਜੇ ਨਾਲ ਲੜ ਪੈਂਦੇ ਹਾਂ। ਅਸਲੀ ਪਿੱਛੇ ਦਾ ਅਸੀਂ ਕੀ ਕਰ ਸਕਦੇ ਹਾਂ? ਫਿਰ ਸਾਡਾ ਮਨ ਕੀ ਕਰ ਸਕਦਾ? ਸੋਚ ਕੇ ਦੇਖੋ। ਪਰ ਜਿਹੜਾ ਗੁਰਸਿੱਖ ਹੋਊਗਾ, ਉਹ ਕਦੀ ਵੀ ਇੱਕ ਪੈਸੇ ਦੀ ਵੀ ਠੱਗੀ ਨਹੀਂ ਮਾਰੂਗਾ, ਚਾਹੇ ਉਹਦਾ ਸਭ ਕੁਝ ਚਲਾ ਜਾਵੇ। ਚਾਹੇ ਉਹ ਸੜਕ 'ਤੇ ਸੋਣਾ ਮਨਜ਼ੂਰ ਹੁੰਦਾ ਹੈ ਗੁਰਸਿੱਖ ਨੂੰ, ਪਰ ਉਹ ਕਿਸੇ ਨਾਲ ਠੱਗੀ ਕਦੀ ਵੀ ਨਹੀਂ ਮਾਰਦਾ। ਤਾਂ ਹੁਣ ਇਹ ਦੇਖੋ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ। ਹੱਥ ਧੋ ਕੇ ਬੇਟਾ ਜਾ ਕੇ। ਆਪੇ ਦੇ ਨ ਪਛੋਤਾਵੈ, ਹੇ ਭਾਈ ਪ੍ਰਮਾਤਮਾ, ਇਹ ਸਾਰੀਆਂ ਚੀਜ਼ਾਂ, ਇਹ ਸੱਚ ਆਪ ਹੀ ਦਿੰਦਾ ਹੈ, ਉਹ ਆਪ ਹੀ ਦਾਤਾਂ ਦੇਣ ਵਾਲਾ ਹੈ। ਬਾਅਦ ਵਿੱਚ ਉਹ ਪਛਤਾਉਂਦਾ ਨਹੀਂ ਕਿ ਮੈਂ ਉਹਨੂੰ ਦੇ ਕੇ ਪਛਤਾ ਗਿਆ। ਨਹੀਂ ਨਹੀਂ ਨਹੀਂ, ਉਹ ਦੇ ਰਿਹਾ ਬਸ। ਪਛਤਾਵੇ ਵਾਲੀ ਤਾਂ ਉੱਥੇ ਕੋਈ ਚੀਜ਼ ਹੈ ਹੀ ਨਹੀਂ, ਕਿਉਂਕਿ ਉਹ ਗਲਤੀ ਕਰਦਾ ਹੀ ਨਹੀਂ। ਪਛਤਾਵਾ ਤਾਂ ਉਹਦਾ ਹੁੰਦਾ ਜਿਹੜਾ ਗਲਤੀ ਕਰੇ, ਉਹ ਤਾਂ ਸੱਚ ਨਾਲ ਖੜਾ ਹੁੰਦਾ, ਆਪਣੇ ਹੁਕਮ ਬਣਾਤਾ, ਬਸ ਉਵੇਂ ਚੱਲ ਰਿਹਾ ਸਿਸਟਮ ਸਾਰਾ। ਸਭਨਾ ਜੀਆਂ ਕਾ ਏਕੋ ਦਾਤਾ, ਸਾਰੇ ਜੀਵਾਂ ਦਾ ਇੱਕ ਹੀ ਦਾਤਾ, ਇਹਨੂੰ ਪੱਕਾ ਕਰ ਲਵੋ, ਇਸ ਨੂੰ ਪੱਕਾ ਕਰ ਲਵੋ। ਜੋ ਸਾਰੇ ਜੀਆਂ ਦਾ ਇੱਕ ਦਾਤਾ ਸਮਝਾਂਗੇ, ਫਿਰ ਹਰ ਇੱਕ ਨਾਲ ਪ੍ਰੇਮ ਪੈਦਾ ਹੋਊਗਾ। ਸ਼ਬਦੇ ਮਾਰ ਜੀਵਾ ਬਣਿਆ, ਗੁਰੂ ਜੀ ਕਹਿੰਦੇ ਇਹ ਸਭ ਉਦੋਂ ਪੈਂਦੀ ਹੈ ਜਦੋਂ ਤੁਸੀਂ ਸ਼ਬਦ ਵਿੱਚ ਮਰ ਕੇ ਜੀਂਦੇ ਹੁੰਦੇ ਹੋ। ਜਦੋਂ ਤੁਸੀਂ ਸ਼ਬਦ ਵਿੱਚ ਮਰ ਕੇ ਜੀਵਤ ਹੁੰਦੇ ਹੋ, ਫਿਰ ਤੁਹਾਨੂੰ ਇਹ ਚੀਜ਼ ਦੀ ਸਮਝ ਪੈਂਦੀ ਹੈ ਕਿ ਸਭਨਾ ਜੀਆਂ ਕਾ ਏਕੋ ਦਾਤਾ, ਹਰ ਤੁਧ ਬਾਝੋ ਮੈਂ ਕੋਈ ਨਾਹੀਂ। ਗੁਰੂ ਜੀ ਕਹਿੰਦੇ ਪ੍ਰਮਾਤਮਾ, ਹੁਣ ਤੇਰੇ ਤੋਂ ਬਿਨਾਂ ਹੁਣ ਮੈਂ ਕੋਈ ਨਹੀਂ ਹਾਂ। ਭਾਵ ਮੈਂ ਇੱਧਰ ਉੱਧਰ ਭਟਕਣਾ ਵਿੱਚ, ਭਰਮਾਂ ਵਿੱਚ। ਕਈ ਵਾਰ ਅਸੀਂ ਵੀ ਜਾਂਦੇ ਹਾਂ, ਜਿਹੜੇ ਘਰ ਜਾਂਦੇ ਹਾਂ ਉੱਥੇ ਜਾ ਕੇ ਉਹਦੀ ਰੰਗਤ ਰੰਗੇ ਜਾਂਦੇ ਹਾਂ, ਪਰ ਅਸੀਂ ਫਿਰ ਗੁਰੂ ਨੂੰ ਛੱਡ ਦਿੰਦੇ ਹਾਂ। ਫਿਰ ਅਸੀਂ ਦੋਗਲੇ ਹੋਏ ਨਾ। ਤਾਂ ਦੋਗਲੇ ਬਣਨ ਤੋਂ ਬਚੋ, ਦੋਗਲੇ ਬੰਦੇ ਦੀ ਕਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਜਿਵੇਂ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜ ਦਾ ਸੁਣਦੇ ਆ ਨਾ, ਤਾਂ ਹਮੇਸ਼ਾ ਯਾਦ ਰੱਖੋ, ਕਿਤੇ ਵੀ ਹੋਈਏ, ਅਸੀਂ ਨੇ ਆਪਣੇ ਗੁਰੂ ਦੇ ਕਹਿਣੇ ਤੋਂ ਮੁਕਰ ਨਹੀਂ ਕਰਨਾ। ਠੀਕ ਹੈ ਬੇਟਾ ਜੀ, ਇਹਨੂੰ ਪੱਕਾ ਕਰ ਲਓ, ਦ੍ਰਿੜ ਇਰਾਦਾ ਕਰ ਲਓ। ਜੋ ਅਸੀਂ ਸਾਂਝੀਆਂ ਵਗੈਰਾ 'ਤੇ ਜਾ ਕੇ ਵੀ ਜਾਂਦੇ ਹਾਂ ਨਾ, ਇਹ ਕਰਦੇ ਹਾਂ, ਕੰਟਰੋਲ ਕਰੋ ਆਪਣੇ ਆਪ ਨੂੰ। ਠੀਕ ਹੈ ਬੇਟਾ ਜੀ, ਇਹ ਦ੍ਰਿੜਤਾ ਅੰਦਰ ਆਉਣੀ ਚਾਹੀਦੀ ਹੈ ਸਾਡੇ ਅੰਦਰ। ਆਪਣੇ ਗੁਰੂ ਨੂੰ ਛੱਡ ਕੇ ਕਿਹਦੇ ਪਿੱਛੇ, ਮਾੜੀ ਜਿਹੀਆਂ ਟੋਫੀਆਂ ਪਿੱਛੇ ਅਸੀਂ ਆਪਣਾ ਈਮਾਨ ਵੇਚ ਦਿੰਦੇ ਹਾਂ, ਆਪਣੇ ਗੁਰੂ ਨੂੰ ਛੱਡ ਦਿੰਦੇ ਹਾਂ। ਸੋਚ ਕੇ ਦੇਖੋ ਕਿਉਂ ਜਾਂਦੇ ਹਾਂ? ਖਾਣ ਪੀਣ ਦਾ ਲਾਲਚ ਹੁੰਦਾ ਨਾ ਅੰਦਰ, ਹੋਰ ਤਾਂ ਕੁਛ ਵੀ ਨਹੀਂ ਹੁੰਦੀ ਗੱਲ। ਉਹ ਛੋਟੇ ਸਾਹਿਬਜ਼ਾਦਿਆਂ ਨੇ ਜੀਵਨ ਨਹੀਂ ਦੇਤਾ ਸੀ ਆਪਣਾ, ਅਸੀਂ ਇੱਕ ਦੋ ਟੋਫੀ ਪਿੱਛੇ ਆਪਣਾ ਗੁਰੂ ਨੂੰ ਦੇ ਦਿੰਦੇ ਹਾਂ। ਤਾਂ ਇਹ ਜੀਵਨ ਦ੍ਰਿੜਤਾ ਹੋਣੀ ਚਾਹੀਦੀ ਆ। ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਹੈਗਾ ਜ਼ਿੰਦਗੀ 'ਚ ਕਦੇ ਵੀ,
ਪਰ ਆਪਾਂ ਆਪਣੀ ਚੀਜ਼ ਤੇ ਤਾਂ ਪੱਕੇ ਹੋ ਸਕਦੇ ਆ ਨਾ, ਤੇ ਪੱਕੇ ਵੀ ਤਾਂ ਹੋਣਾ ਕਿਉਂਕਿ ਇਹਦਾ ਬੈਨੀਫਿਟ ਨੇ। ਉਹ ਲੋਕਾਂ ਨੂੰ ਲੁੱਟ ਖਸੁੱਟ ਵਾਲੀ ਗੱਲ ਹੈ। ਜਿਵੇਂ ਆਪਾਂ ਇੱਕ ਸ਼ਬਦ ਪੂਰਾ ਕਰੀਏ ਫਿਰ ਆਪਾਂ ਡਿਸਕਸ ਕਰਦੇ ਹਾਂ, ਚਲੋ ਨਾਲ ਤਾਂ ਕਰਦੇ ਵੀ ਹਾਂ। ਹੁਣ ਦੇਖੋ ਇੱਕ ਵਿਅਕਤੀ ਦੀ ਮਾਤਾ ਪੂਰੀ ਹੋਈ, ਮੈਂ ਨਾਭੇ ਦੀ ਗੱਲ ਕਰ ਰਿਹਾ ਅਤੇ ਕੱਲ੍ਹ ਪਰਸੋਂ ਦੀ ਗੱਲ ਕਰ ਰਿਹਾ, ਕੱਲ੍ਹ ਜਾਂ ਪਰਸੋਂ ਦੀ ਗੱਲ ਦੱਸ ਰਿਹਾ ਉਹਨੂੰ। ਉਹਨਾਂ ਨੇ ਡੈਥ ਹੋਈ, ਗ੍ਰੰਥੀ ਆਇਆ ਜੀ ਘਰੇ, ਹਾਲਾਤ ਦੱਸ ਰਹੇ ਵੀ ਸਾਡੇ ਕੀ ਨੇ, ਸਾਡੀ ਲੁੱਟ ਕਿਵੇਂ ਹੁੰਦੀ ਹੈ, ਪੁਜਾਰੀ ਸਾਰੇ ਕਿਤੇ ਸੇਮ ਹੈ। ਕਹਿੰਦੇ ਜੀ ਉਹਨੇ ਅਰਦਾਸ ਕੀਤੀ, ਘਰੇ ਆਪਾਂ ਕਰਵਾਈ ਜਾਂਦੇ ਕਿਉਂਕਿ ਅਰਦਾਸ ਆਪਾਂ ਕਿਉਂ ਨਹੀਂ ਕਰ ਸਕਦੇ, ਸਾਨੂੰ ਕਿਉਂ ਲੋੜ ਹੈ ਇਹਨਾਂ ਦੀ ਕਿਸੇ ਵੀ ਚੀਜ਼ ਦੀ, ਕਰ ਸਕਦੇ ਆ ਨਾ ਸਾਰੇ, ਅਰਦਾਸ ਆਉਂਦੀ ਹੈ ਨਾ ਕਰਨੀ। ਚਲੋ ਉਹਨੇ ਕੀਤੀ ਜੀ, ਲੋਕ ਕਰਾਉਂਦੇ ਨੇ, ਚਲੋ ਨਹੀਂ ਸਮਝਦੇ ਲੋਕ ਇਸ ਚੀਜ਼ ਨੂੰ, ਚਲੋ ਕਰਾਈ, ਫਿਰ ਉਹਨੂੰ ਪੈਸੇ ਦੇਤੇ ਹੋਣਗੇ। ਫਿਰ ਜਿੱਥੇ ਲੋਕ ਸੰਸਕਾਰ ਕਰ ਜਾਂਦੇ ਨੇ ਉੱਥੇ ਜਾ ਕੇ ਅਰਦਾਸ ਕਰ ਦਿੰਦਾ ਬਾਬਾ, ਉੱਥੇ ਪੈਸੇ ਦੇ ਦਿੰਦੇ ਹੋਣਗੇ ਮਾੜੇ ਮੋਟੇ। ਫਿਰ ਪੁੱਛ ਲਿਆ ਹੋਊਗਾ ਭਾਈ ਤੁਹਾਡੀ ਕੋਈ ਹੋਰ ਭੇਟਾ ਤਾਂ ਨਹੀਂ ਹੈ, ਤਾਂ ਭਾਈ ਸਾਹਿਬ ਪਤਾ ਕੀ ਕਹਿੰਦੇ, ਕੱਲ੍ਹ ਪਰਸੋਂ ਦੀ ਗੱਲ ਦੱਸ ਰਿਹਾ ਉਹਨੂੰ ਮੈਂ, ਕਹਿੰਦੇ ਜਿਹੜੇ ਘਰੇ ਉੱਥੇ ਮੱਥਾ ਟੇਕਿਆ ਹੋਣਾ ਉਹ ਵੀ ਭਾਈ ਸਾਹਿਬ ਦੇ ਹੁੰਦੇ ਨੇ ਪੈਸੇ, ਜਿਹੜੇ ਮਰੇ ਹੋਏ ਬੰਦੇ ਲੋਕ ਮੱਥਾ ਨਹੀਂ ਟੇਕ ਦਿੰਦੇ। ਹਾਲਾਤ ਦੇਖੋ ਵੀ ਉਹ ਵੀ ਭਾਈ ਸਾਹਿਬ ਦੀ ਹੁੰਦੇ ਨੇ ਜੀ, ਮਤਲਬ ਲਾਲਚ ਪੈਸੇ ਦਾ। ਕਿੱਥੇ ਅਸੀਂ ਡਿੱਗ ਚੁੱਕੇ ਹਾਂ ਜਾ ਕੇ, ਸਾਡੇ ਹਾਲਾਤ ਅੰਦਰੋਂ ਕੈਸੇ ਹੋ ਚੁੱਕੇ ਨੇ। ਫਿਰ ਪਾਠ ਕਰਾਉਣਾ ਜੀ 5100 ਰੁਪਇਆ, ਕੀਰਤਨ ਕਰਾਉਣਾ ਜੀ 1500 ਰੁਪਇਆ, ਫਿਰ ਦੇਗ ਵਾਸਤੇ 500 ਰੁਪਇਆ ਜਾਂ 200 ਰੁਪਇਆ ਜੀ ਉਹ ਭਾਈ ਸਾਹਿਬ ਵੀ ਲੈਣ ਜਿਹੜੇ ਬਣਾਉਣਗੇ। ਅਸੀਂ ਤਾਂ ਵਪਾਰ ਬਣਾ ਲਿਆ ਗੁਰੂ ਦੀ ਬਾਣੀ ਨੂੰ, ਗੁਰੂ ਦੇ ਪ੍ਰਸ਼ਾਦ ਨੂੰ, ਕਿ ਇਹ ਵੇਚਣ ਵਾਲੀਆਂ ਚੀਜ਼ਾਂ ਸੀਗੀਆਂ। ਕੋਈ ਵੇਚੀ ਜਾਂਦਾ ਅਤੇ ਅਸੀਂ ਖਰੀਦੀ ਜਾਂਦੇ ਹਾਂ, ਅਤੇ ਫਿਰ ਅਸੀਂ ਗੁਰੂ ਦੇ ਸਿੱਖ ਬਣੀ ਜਾਂਦੇ ਹਾਂ ਆਪਣੇ ਆਪ ਨੂੰ। ਗੁਰਬਾਣੀ ਖਰੀਦ ਕੇ, ਗੁਰਬਾਣੀ ਖਰੀਦ ਸਕਦਾ ਕੋਈ? ਅਸੀਂ 5100 ਰੁਪਏ 'ਚ, 1500 ਰੁਪਏ 'ਚ, 500 ਰੁਪਏ 'ਚ, 200 ਰੁਪਏ 'ਚ ਪ੍ਰਸ਼ਾਦ ਵੀ ਖਰੀਦਦੇ ਹਾਂ ਅਤੇ ਗੁਰਬਾਣੀ ਵੀ ਖਰੀਦਦੇ ਹਾਂ। ਅਤੇ ਸਾਨੂੰ ਫਿਰ ਅਸੀਂ ਕਹਿੰਦੇ ਗੁਰੂ ਦੇ ਸਿੱਖ ਹਾਂ। ਸਾਡੇ ਹਾਲਾਤ ਕਿੰਨੇ ਨਿਗਰ ਚੁੱਕੇ ਨੇ, ਅਤੇ ਸਾਨੂੰ ਇਹ ਚੀਜ਼ ਸਮਝ ਨਹੀਂ ਪੈ ਰਹੀ ਹੈਗੀ ਹਜੇ ਵੀ। ਜੇ ਆਪਾਂ ਦੇਖੀਏ ਸਾਡੇ ਕਹਾਣੀ ਸਮਝ ਨਹੀਂ ਪੈ ਰਹੀ ਕਿ ਗੁਰਬਾਣੀ ਨਾ ਖਰੀਦੀ ਨਾ ਵੇਚੀ ਜਾਣੀ ਚਾਹੀਦੀ ਹੈ। ਇਹ ਟੋਟਲੀ ਕੰਮ ਬੰਦ ਹੋ ਜਾਣੇ ਚਾਹੀਦੇ ਨੇ, ਤਾਂ ਸਹੀ ਤਰੀਕੇ ਨਾਲ ਗੁਰਬਾਣੀ ਦਾ ਪ੍ਰਚਾਰ ਹੋਊਗਾ। ਜੇ ਗੁਰਬਾਣੀ ਦੇ ਉੱਪਰ ਪੈਸੇ ਦੀ ਗੱਲ ਖਤਮ ਹੋਊਗੀ, ਹਰ ਇੱਕ ਸਿੱਖ ਆਪ ਗੁਰਬਾਣੀ ਪੜ੍ਹੂਗਾ ਅਤੇ ਜਿਹੜੇ ਕਾਰਜ ਨੇ ਉਹ ਆਪ ਕਰ ਲੂਗਾ ਗੁਰੂ ਦੇ ਅਕੋਰਡਿੰਗ। ਕਿੰਨੇ ਸਿੱਖ ਪਰਿਵਾਰ ਇਕੱਠੇ ਹੋ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਕੇ ਕਰ ਲਓ। ਜੇ ਨਹੀਂ ਕੁਝ ਸਮਝ ਆਉਂਦਾ, ਇੱਕੋ ਗੱਲ ਹੈ। ਜੇ ਅਸੀਂ ਨਹੀਂ ਜੁੜਾਂਗੇ, ਸਾਡਾ ਮਨ ਹੈ ਲਾਲਚੀ ਹੁੰਦਾ ਜਾਊਗਾ, ਫਿਰ ਅਸੀਂ ਗੁਰਬਾਣੀ ਨੂੰ ਵੇਚਣ ਦੀ। ਕਈ ਵਾਰ ਤਾਂ ਇੱਕ ਵਿਅਕਤੀ ਤਾਂ ਐਸੇ ਸੀ, ਇੱਕ ਅੰਗ ਦੇ ਪਿੱਛੇ ਲੜ ਪਿਆ, ਕਹਿੰਦੇ ਜੀ ਮੈਂ ਤਾਂ 200, ਉਹਨੇ ਕੀ ਕੀਤਾ ਜੀ 201 ਅੰਗ ਕਰਤੇ ਹੋਣਗੇ ਸਹਿਜ ਪਾਠ ਦੇ, ਲੋਕ ਘਰਾਂ ਜਾ ਕਰਦੇ ਨੇ ਨਾ, ਉਹ ਭਾਈ ਸਾਹਿਬ ਨੇ 200 ਰੁਪਏ ਦੇਤਾ ਹੋਣਾ, ਕਹਿੰਦੇ ਜੀ ਮੈਂ ਤਾਂ 201 ਕੀਤੇ ਸੀ, 1 ਰੁਪਇਆ ਕੱਟ ਦਿੱਤਾ ਉਹਨੇ ਮੈਨੂੰ। ਮਤਲਬ ਇਹ ਹਾਲਾਤ ਬਣ ਚੁੱਕੇ ਨੇ ਸਾਡੇ। ਹਰ ਤੁਧ ਬਾਝੋ ਮੈਂ ਕੋਈ ਨਾਹੀਂ, ਪਰ ਗੁਰੂ ਜੀ ਕਹਿੰਦੇ ਤੇਰੇ ਬਿਨਾ ਪ੍ਰਮਾਤਮਾ ਮੇਰਾ ਕੋਈ ਨਹੀਂ ਹੈ। ਕਿ ਗੁਰੂ ਜੀ ਨੇ ਗੁਰਬਾਣੀ ਵੇਚਣ ਵਾਸਤੇ ਜਾਂ ਲਿਖਦੇ ਸੀ ਵੇਚਣ ਵਾਸਤੇ? ਉਹਦਾ ਘਰ ਘਰ ਜਾ ਕੇ ਸਮਝਾਉਂਦੇ ਸੀ ਵੀ ਉੱਠੋ ਜਾਗੋ, ਸੁੱਤੇ ਹੋ ਮਨੋ, ਉੱਠੋ ਜਾਗੋ। ਹਰ ਤੁਧੈ ਸੇਵੀ ਤੈਂ ਤੁਧ ਸਾਲਾਹੀ, ਕਹਿੰਦੇ ਹਰ ਤੁਧੈ ਸੇਵੀ, ਪਰਮਾਤਮਾ ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਤੇਰੀ ਹੀ ਸਲਾਹੁਤਾ ਕਰਦਾ, ਠੀਕ ਹੈ, ਤੇਰੀ ਹੀ ਭਗਤੀ ਕਰਦਾ ਹਾਂ। ਕਾਇਮ ਰਹਿਣ ਵਾਲੇ ਪਰਮਾਤਮਾ, ਮੈਂ ਹੋਰ ਕੋਈ ਗੱਲ ਨਹੀਂ ਕਰਦਾ, ਹੋਰ ਕਿਸੇ ਪਾਸੇ ਨਹੀਂ ਜਾਂਦਾ। ਆਪੇ ਮੇਲ ਲਹਿ ਪ੍ਰਭ ਸਾਚੇ, ਪੂਰੈ ਕਰਮ ਤੂੰ ਭਾਵਨਿਆ। ਗੁਰੂ ਜੀ ਕਹਿੰਦੇ ਹੈ ਪਰਮਪਿਤਾ ਪਰਮਾਤਮਾ ਤੂੰ ਮੈਨੂੰ ਆਪੇ ਮੇਲ ਲੈ, ਹੈ ਸੱਚ ਮੈਨੂੰ ਤੂੰ ਆਪਣੇ ਵਰਗਾ ਆਪੇ ਮਿਲਾ ਲੈ। ਕਿਉਂਕਿ ਜੇ ਮੇਰੇ ਪੂਰੇ ਕਰਮ ਹੋਣਗੇ, ਪਰਮਾਤਮਾ ਤੁਹਾਡੀ ਬਖਸ਼ਿਸ਼ ਹੋਊਗੀ, ਤਾਂ ਹੀ ਅਸੀਂ ਤੁਹਾਨੂੰ ਪ੍ਰਾਪਤ ਕਰ ਸਕਦੇ ਹਾਂ। ਜੋ ਪੂਰੇ ਕਰਮ ਹੋ ਜਾਣਗੇ, ਪਰ ਉਹ ਕਰਮ ਪਰਮਾਤਮਾ ਹੀ ਸਾਡੇ ਪੂਰੇ ਕਰ ਸਕਦਾ। ਕਈ ਵਾਰ ਇੱਕ ਅੱਧਾ ਨੰਬਰ ਘੱਟ ਹੁੰਦਾ, ਟੀਚਰ ਦੇ ਦਿੰਦਾ ਨਾ ਵੀ ਚਲੋ ਬੱਚੇ ਦਾ ਨੰਬਰ ਪੂਰਾ ਕਰ ਦਈਏ, ਤਾਂ ਜਦੋਂ ਪਰਮਾਤਮਾ ਸਾਡੇ ਦੇ ਪਿਆਰ ਨਾਲ ਆ ਜਾਂਦਾ ਨਾ, ਫਿਰ ਥੋੜ੍ਹੇ ਨੰਬਰ ਤੋਂ ਆਪ ਵੀ ਦੇ ਦਿੰਦਾ। ਮਿਹਨਤ ਇਹ ਨਹੀਂ ਕਿ ਅਸੀਂ ਮਿਹਨਤ ਨਹੀਂ ਕਰਨੀ, ਬੱਚਾ ਪੜ੍ਹਦਾ ਨਹੀਂ। ਜਿਹੜਾ ਬੱਚਾ ਸਕੂਲ 'ਚ ਵਧੀਆ ਪੜ੍ਹਦਾ, ਆਗਿਆਕਾਰੀ ਹੈ, ਟੀਚਰ ਵੀ ਉਸ ਨੂੰ ਨੰਬਰ ਦਿੰਦਾ ਨਾ ਐਕਸਟਰਾ ਕਈ ਵਾਰੀ। ਤਾਂ ਇੱਦਾਂ ਹੀ ਪਰਮਾਤਮਾ, ਜੇ ਅਸੀਂ ਬਹੁਤ ਹੀ ਇਮਾਨਦਾਰੀ ਨਾਲ ਪਰਮਾਤਮਾ ਵਾਲੇ ਬਚਾਂਗੇ, 2-4 ਚੀਜ਼ਾਂ ਸਾਡੀਆਂ ਪਰਮਾਤਮਾ ਗਲਤੀਆਂ ਛੱਡ ਇਗਨੋਰ ਕਰਕੇ, ਸਾਡੇ ਬਖਸ਼ਿਸ਼ ਕਰਕੇ ਆਪ ਹੀ ਆਪਣੇ ਵਿੱਚ
ਮਿਲਾ ਲੈਂਦਾ ਹੈ, ਪਰ ਅਸੀਂ ਮਿਹਨਤ ਕਰੀਏ ਸੱਚੇ ਮਨ ਨਾਲ, ਦਿਖਾਵੇ ਵਾਲੀ ਮਿਹਨਤ ਨਾ ਕਰੀਏ। ਮੈਂ ਹੋਰ ਨਾ ਕੋਈ ਤੁਧੈ ਜਿਹਾ, ਗੁਰੂ ਜੀ ਵਾਰ-ਵਾਰ ਦ੍ਰਿੜ ਕਰਾ ਰਹੇ ਨੇ ਕਿ ਅਸੀਂ ਇੱਧਰ ਉੱਧਰ ਨਾ ਭਟਕੀਏ। ਮੇਰਾ ਤੇਰੇ ਬਿਨਾ ਹੋਰ ਕੋਈ ਨਹੀਂ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਜੇ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਫਿਰ ਹੋਰ ਪਾਸੇ ਜਾਣੇ ਕਾਹਦੇ ਵਾਸਤੇ ਅਸੀਂ ਨੇ। ਤੇਰੀ ਨਦਰੀ ਸੀਜਸ ਦੇਹਾ, ਤੇਰੀ ਨਦਰੀ ਕਹਿੰਦੇ ਗੁਰੂ ਜੀ ਕਹਿੰਦੇ ਜਦੋਂ ਤੇਰੀ ਨਜ਼ਰ ਹੁੰਦੀ ਹੈ, ਠੀਕ ਹੈ ਜੀ, ਜੇ ਤੇਰੀ ਭਗਤੀ ਦਾਤ ਮਿਲੇ ਤਾਂ ਮੇਰਾ ਸਰੀਰ ਸਫਲ ਹੋ ਜਾਂਦਾ ਹੈ। ਤੇਰੀ ਮਿਹਰ ਦੀ ਨਿਗਾਹ ਨਾਲ ਇਹ ਮੇਰਾ ਜੀਵਨ ਸਫਲ ਸੀਜਸ ਦੇਹਾ, ਇਹ ਜਿਹੜਾ ਸਰੀਰ ਹੈ ਮੇਰਾ ਜ਼ਿੰਦਗੀ ਹੈ ਇਹ ਸਫਲ ਹੋ ਜਾਂਦੀ ਹੈ। ਸੀਜਸ ਦਾ ਮਤਲਬ ਸਫਲ ਹੁੰਦੀ ਹੈ। ਅੰਦਿਨ ਸਾਰ ਸਮਾਲ ਹਰ ਰਾਖੇ, ਗੁਰਮੁਖ ਸਹਿਜ ਸਮਾਵਨਿਆ। ਗੁਰੂ ਜੀ ਕਹਿੰਦੇ ਜੋ ਵਿਅਕਤੀ ਹੇ ਹਰੀ ਤੂੰ ਆਪੇ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ, ਵਿਕਾਰਾਂ ਵੱਲੋਂ ਰਾਖੀ ਕਰਦਾ ਹੈ। ਤੇਰੀ ਮਿਹਰ ਨਾਲ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਆਤਮਾ ਅਡੋਲਤਾ ਵਾਲੇ ਹੋ ਜਾਂਦੇ ਹਨ। ਭਾਵ ਜਿਹੜੇ ਬੰਦੇ ਗੁਰੂ ਅਨੁਸਾਰ ਜੀਵਨ ਜਿਉਂਦੇ ਉਹਨਾਂ ਦੀ ਆਤਮਾ ਇੰਨੀ ਪੱਕੀ ਹੋ ਜਾਂਦੀ ਹੈ ਫਿਰ ਕੋਈ ਵੀ ਵਿਕਾਰ ਉਹਨਾਂ ਨੂੰ ਹਿਲਾ ਡੁਲਾ ਨਹੀਂ ਸਕਦਾ। ਠੀਕ ਹੈ ਬੇਟਾ ਜੀ, ਹਮੇਸ਼ਾ ਖਿਆਲ ਰੱਖਣਾ ਹੈ। ਤੁਧ ਜੀਵੜ ਮੈਂ ਹੋਰ ਨਾ ਕੋਈ, ਕਹਿੰਦੇ ਮੇਰੇ ਵਾਸਤੇ ਪ੍ਰਮਾਤਮਾ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਮੇਰਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਮੇਰੇ ਲਈ। ਤੁਧ ਆਪੇ ਸਿਰਜੀ ਆਪੇ ਗੋਈ, ਹੇ ਪ੍ਰਮਾਤਮਾ ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸਦਾ ਇੱਕ ਦਿਨ ਨਾਸ਼ ਕਰ ਦੇਵੇਂਗਾ। ਠੀਕ ਹੈ ਜੀ, ਤੂੰ ਆਪ ਹੀ ਕਰਨ ਵਾਲਾ। ਮੈਨੂੰ ਜਨਮ ਦਿੱਤਾ, ਮੈਨੇ ਵੀ ਖਤਮ ਹੋ ਜਾਣਾ, ਪਰ ਜਦ ਤੱਕ ਮੈਂ ਹਾਂ ਪ੍ਰਮਾਤਮਾ ਪ੍ਰਭੂ ਮੇਰੇ ਤੇ ਮਿਹਰ ਰੱਖ, ਮੈਂ ਸੱਚ ਨਾਲ ਜੁੜਿਆ ਰਹਾਂ, ਸੱਚ ਤੋਂ ਨੱਥ ਸਕਾਂ। ਕੋਈ ਜਾਣਾ ਤਾਂ ਹੈ ਨਾ, ਪਰਮਾਨੈਂਟ ਤਾਂ ਹੈ ਨਹੀਂ। ਤੂੰ ਆਪੇ ਹੀ ਘੜ ਭੰਨ ਸਵਾਰੇ, ਤੂੰ ਆਪੇ ਹੀ ਕਿਸ ਨੂੰ ਭੰਨ ਕੇ, ਹੁਣ ਇਹਦਾ ਮਤਲਬ ਕੀ ਹੈ, ਜਿਵੇਂ ਆਪਾਂ ਘੜੇ ਵਾਲੀ ਮਿੱਟੀ ਨੂੰ ਭੰਨ ਕੇ ਉਹਨੂੰ ਵਧੀਆ ਸ਼ੇਪ ਵੀ ਦੇ ਦਿੰਦੇ ਹਾਂ ਨਾ ਕਈ ਵਾਰ, ਠੀਕ ਕਰਕੇ, ਮਤਲਬ ਘੜਾ ਬਣਾ ਰਹੇ ਹਾਂ ਆਪਾਂ, ਉਹ 'ਚ ਕੋਈ ਗੜਬੜ ਹੋ ਗਈ ਪਰ ਨਾਲ ਦੇ ਉਹਨੂੰ ਠੀਕ ਕਰ ਦਿੰਦੇ ਹਾਂ। ਠੀਕ ਹੈ ਜੀ, ਵੀ ਚਲੋ ਇਹ ਸ਼ੇਪ ਠੀਕ ਕਰ ਦਈਏ। ਪਰਮਾਤਮਾ ਤੂੰ ਆਪ ਹੀ ਸਾਨੂੰ ਦੁਆਰਾ ਘੜ ਕੇ, ਦੁਆਰਾ ਭੰਨ ਕੇ ਤੂੰ ਆਪ ਹੀ ਸਾਨੂੰ ਦੁਆਰਾ ਠੀਕ ਕਰ ਦਿੰਦਾ ਹੈ। ਨਾਨਕ ਨਾਮ ਸੁਹਾਵਣਿਆ, ਤੇਰੇ ਨਾਮ ਦੇ ਗੁਣਾਂ ਅਨੁਸਾਰ ਸਾਡਾ ਜੀਵਨ ਦੁਆਰਾ ਭੰਨ ਕੇ ਘੜ ਕੇ ਸਵਾਰਿਆ ਜਾਂਦਾ ਹੈ। ਮੰਨ ਲਓ ਅਸੀਂ ਅੱਜ ਕਹੇ ਜਿਹੇ ਵੀ ਜੀਵਨ ਜੀ ਰਹੇ ਹਾਂ, ਕਹੇ ਜਿਹਾ ਵੀ ਸਾਡਾ ਜੀਵਨ ਹੈ, ਜੇ ਅਸੀਂ ਨਾਮ ਅਨੁਸਾਰ ਆਪਣਾ ਜੀਵਨ ਅੱਜ ਕਹਿ ਦਈਏ ਵੀ ਪ੍ਰਮਾਤਮਾ ਤੇਰੇ ਅਨੁਸਾਰ ਜੀਵਨ ਜੀਵਾਂਗੇ ਤਾਂ ਸਾਡੇ ਜੀਵਨ 'ਚ ਭੰਨ ਤੋੜ ਹੋਊਗੀ ਨਾ, ਕੁਝ ਦਰਦ ਵੀ ਹੋਊਗਾ, ਯਾਰ ਇਹ TV ਦੇਖਣਾ ਛੱਡਿਆ ਜਾ ਰਿਹਾ, ਆਹ ਕੰਮ ਛੱਡਿਆ ਜਾ ਰਿਹਾ, ਭੰਨ ਤੋੜ ਹੋਊਗੀ। ਭੰਨ ਤੋੜ ਵੇਲੇ ਦਰਦ ਹਮੇਸ਼ਾ ਹੁੰਦਾ, ਫਿਰ ਹੌਲੀ ਹੌਲੀ ਅਸੀਂ ਸਵਾਰੇ ਜਾਵਾਂਗੇ ਜੇ ਅਸੀਂ ਗੁਰੂ ਅਨੁਸਾਰ ਆਪਣਾ ਜੀਵਨ ਜੀਵਾਂਗੇ। ਅਸੀਂ ਵੀ ਅਰਦਾਸ ਕਰਿਆ ਕਰੀਏ ਪ੍ਰਮਾਤਮਾ, ਅਰਦਾਸ ਦਾ ਮਤਲਬ ਇਹ ਨਹੀਂ ਕਿ ਜਦੋਂ ਟਾਈਮ ਮਿਲੇ ਅਰਦਾਸ ਕਰਦੀ, ਕਈ ਵਾਰ ਸਪੈਸ਼ਲ ਅਰਦਾਸ ਕਰੋ ਕਿ ਪ੍ਰਮਾਤਮਾ ਮੇਰੇ 'ਤੇ ਮਿਹਰ ਕਰ, ਮੈਨੂੰ ਵੀ ਸਮੱਤ ਬੁੱਧੀ ਬਖਸ਼, ਮੈਂ ਬਣਨਾ ਚਾਹੁੰਦਾ, ਤੁਹਾਡੇ ਰਸਤਿਆਂ 'ਚ ਚੱਲਣਾ ਚਾਹੁੰਦਾ, ਮੇਰੇ ਅੰਦਰ ਗੁਰਬਾਣੀ ਵਸੇ, ਜੋ ਤੁਸੀਂ ਵਸਾਉਣਾ ਚਾਹੁੰਦੇ ਹੋ ਉਸ ਤਰੀਕੇ ਨਾਲ ਵਸੇ। ਫਿਰ ਗੁਰੂ ਜੀ ਮਿਹਰ ਕਰਨਗੇ। ਸਭ ਤੋਂ ਕਰਦੇ ਨੇ ਜਿਹੜਾ ਸੱਚਮੁੱਚ ਦਿਲ ਤੋਂ ਅਰਦਾਸ ਕਰਦਾ। ਕਈ ਵਾਰ ਆਪਾਂ ਗੁਰਦੁਆਰੇ ਹੁੰਦੇ ਹਾਂ ਉਦੋਂ ਤਾਂ ਆਪਾਂ ਅਰਦਾਸ ਕਰ ਦਿੰਦੇ ਹਾਂ, ਕੋਈ ਕੰਮ ਜਾਂਦੇ ਹਾਂ ਜਾਂ ਵੈਸੇ ਗੁਰਦੁਆਰੇ ਅਰਦਾਸ ਕਰ ਦਿੰਦੇ ਹਾਂ। ਨਹੀਂ, ਕਈ ਵਾਰੀ ਸੋਚੋ ਵੀ ਸਪੈਸ਼ਲ ਇਹੀ ਚੀਜ਼ ਲੈਣ ਲਈ ਗੁਰੂ ਕੋਲੇ ਜਾਣਾ ਤਾਂ ਗੁਰੂ ਨੂੰ ਵੱਧ ਪਿਆਰ ਆਊਗਾ ਵੀ ਬੰਦਾ ਸਪੈਸ਼ਲ ਲੈਣ ਆਇਆ ਮੇਰੇ ਲਈ ਇਹ ਚੀਜ਼। ਇਹ ਨਹੀਂ ਕਿ ਉਰੇ ਸੀਗਾ ਤਾਂ ਇਹਨੇ ਅਰਦਾਸ ਕਰਤੀ। ਨਹੀਂ, ਕਿ ਉਹਨਾਂ ਦਾ ਕੋਈ ਬੰਦਾ ਸਪੈਸ਼ਲ ਜਾਂਦਾ ਵੀ ਮੈਂ ਤੇਰੇ ਕਰਕੇ ਸਪੈਸ਼ਲ ਆਇਆ, ਦੇਖੋ ਉੱਥੇ ਬੰਦੇ ਨੂੰ ਵਧੀਆ ਲੱਗਦਾ। ਇੱਕ ਬੰਦਾ ਹੁੰਦਾ ਵੀ ਮੈਂ ਇੱਥੇ ਆਇਆ ਹੋਇਆ ਇਸ ਨਾਲ ਮਿਲ ਗਿਆ ਜੀ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਇੱਕ ਹੁੰਦਾ ਸਪੈਸ਼ਲ ਜਾਣਾ ਕਿਸੇ ਲਈ, ਉਹਨਾਂ 'ਚ ਫਰਕ ਹੈ, ਜ਼ਮੀਨ ਆਸਮਾਨ ਦਾ ਫਰਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।